ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜਾਮ ਗੁਰੂ ਹੋਏ ਵੱਲ ਧਨ ਹੈ ਕਿਆ ਗਾਰਬ ਦਿਜਾਏ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜਾਏ। ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ। ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚਹ ਘਰ। ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭਟ ਬੇਨਤ ਕਹੈ। ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੁਹ ਥੇ ਰਹੈ। ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਤੀਜਾ। ਮੇਰਾ ਪ੍ਰਭ ਸਾਚਾ ਗਹਿਰ ਗੰਭੀਰ। ਸੇਵਤ ਹੀ ਸੁਖ ਸ਼ਾਂਤ ਸਰੀਰ। ਸ਼ਬਦ ਤਰੇ ਜਨ ਸਹਿਜ ਸੁਭਾਏ।
ਤਿਨ ਕੈ ਹਮ ਸਦ ਲਾਗਹਿ ਪਾਏ। ਮੇਰਾ ਪ੍ਰਭ ਸਾਚਾ ਗਹਿਰ ਗੰਭੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਗੁਰੂ ਸ਼ਬਦ ਦੀ ਵਿਚਾਰ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਮਨ ਬਿਰਤੀਆਂ ਇਕਾਗਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਤੀਜਾ। ਮੇਰਾ ਪ੍ਰਭ ਸਾਚਾ ਗਹਿਰ ਗੰਭੀਰ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰ ਰਹੇ ਹਨ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਸਾਡਾ ਮਾਲਕ ਹੈ, ਉਹ ਸਦੀਵੀ ਕਾਲ ਦੇ ਸੱਚਾ ਹੈ, ਫਿਰ ਨਿਰਹਲ ਹੈ। ਐਸਾ ਡੂੰਘਾਈ ਵਾਲਾ ਪਰਮੇਸ਼ਰ ਦਾ ਸਰੂਪ ਹੈ ਜਿਸ ਦੇ ਉਰਾਰ ਪਾਰ ਦਾ ਕਦੇ ਅੰਤ ਪਾਇਆ ਹੀ ਨਹੀਂ ਜਾ ਸਕਦਾ। ਸਾਧ ਸੰਗਤ ਜੀ, ਜਿੰਨੇ ਵੀ ਸੰਸਾਰ ਦੇ ਅੰਦਰ ਦੈਵੀ ਸ਼ਕਤੀਆਂ ਹਨ, ਇਉਂ ਕਹਿ ਲਈਏ ਕਿ ਜੋ ਕੁਝ ਵੀ ਸੰਸਾਰ ਦੇ ਵਿੱਚ ਪੈਦਾ ਹੋਇਆ ਸਭ ਕੁਝ ਬਿਨਸਨਹਾਰਾ ਹੈ। ਕੇਵਲ ਇੱਕ ਪਰਮਾਤਮਾ ਹੈ ਜੋ ਜੁਗਾਂ ਜੁਗਾਂ ਤੋਂ ਅਟਲ ਹੈ, ਸਦਾ ਸੱਚ ਹੈ, ਹੁਣ ਵੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਜਿਸ ਪਰਮਾਤਮਾ ਜੀ ਦੇ ਪ੍ਰਥਾਏ ਅਸੀਂ ਵਚਨ ਪੜ੍ਹਦੇ ਹਾਂ, ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਪਰ ਹੋਰ ਜਿੰਨੀਆਂ ਵੀ ਦੈਵੀ ਸ਼ਕਤੀਆਂ ਹਨ, ਜਿੰਨੇ ਵੀ ਸੰਸਾਰ ਭਰ ਦੇ ਜੀਵ ਜੰਤੂ ਹਨ, ਸਰੀਰ ਕਰਕੇ ਕਿਸੇ ਵੀ ਜੀਵ ਦਾ ਸੰਸਾਰ ਵਿੱਚ ਰਹਿਣਾ ਨਹੀਂ ਬਣਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਭਗਤ ਰਸਨਾ ਦੁਆਰਾ ਸਤਿਗੁਰੂ ਜੀ ਦੇ ਪਾਵਨ ਬਚਨ ਹਨ, ਐਸੋ ਇਹੋ ਸੰਸਾਰ ਪੇਖ ਨਾ ਰਹਿਨ, ਨਾ ਕੋ ਪਾਈ ਹੈ ਰੇ। ਮਹਾਰਾਜ ਕਹਿੰਦੇ ਕਿਸੇ ਦਾ ਵੀ ਸਰੀਰ ਕਰਕੇ ਸੰਸਾਰ ਵਿੱਚ ਰਹਿਣਾ ਨਹੀਂ ਬਣਦਾ। ਸੂਧੇ ਸੂਧੇ ਰੇਗ ਚੱਲੋ ਤੁਮ, ਨਤਰ ਕੋ ਧੱਕਾ ਦੇਵਈ ਹੈ ਰੇ। ਇਸ ਕਰਕੇ ਇਹ ਜੀਵ ਸਿੱਧਾ ਪਰਮਾਰਥ ਦੇ ਰਸਤੇ ਤੇ ਤੁਰਿਆ ਜਾ, ਨਹੀਂ ਤੇ ਕਾਲ ਐਸਾ ਖੋਟਾ ਧੱਕਾ ਦੇਵੇਗਾ, ਦੁਬਾਰਾ ਤੇਰੇ ਤੋਂ ਸੰਸਾਰ ਦੇ 84 ਲੱਖ ਜੂਨਾਂ ਵਿੱਚੋਂ ਉੱਠਿਆ ਹੀ ਨਹੀਂ ਜਾਵੇਗਾ। ਮਹਾਰਾਜ ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਹਨ ਦਸਮ ਬਾਣੀ ਦੇ ਅੰਦਰ।
ਸਤਿਗੁਰੂ ਜੀ ਕਹਿੰਦੇ ਹਨ ਕਿ ਭਾਵੇਂ ਸੰਸਾਰ ਦੇ ਜੀਵ ਹੈ 84 ਲੱਖ ਜੂਨਾਂ ਵਿੱਚੋਂ ਹਨ ਜਾਂ ਫਿਰ ਦੇਵ ਜੂਨ ਦੇ ਵਿੱਚ ਹਨ, ਜਿੰਨੀਆਂ ਵੀ ਦੈਵੀ ਸ਼ਕਤੀਆਂ ਨੇ ਸਭ ਦੀ ਪ੍ਰਮਾਤਮਾ ਨੇ ਉਮਰਾਂ ਲਿਖੀ ਹੋਈ ਹੈ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਹਨ, ਏਕ ਸੇਵ ਭਏ ਏਕ ਗਏ ਏਕ ਫੇਰ ਪਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਇੱਕ ਨਹੀਂ ਅਨੇਕਾਂ ਹਨ। ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਅਵਤਾਰ ਇਹਨਾਂ ਨੇ ਸੰਸਾਰ ਦੇ ਅੰਦਰ ਧਾਰਨ ਕੀਤੇ ਹਨ। ਜਿੰਨੀ ਕੁ ਪਰਾਰਬਧ ਸੀ ਉਹ ਭੋਗ ਕੇ ਸੰਸਾਰ ਤੋਂ ਕੂਚ ਕਰ ਗਏ, ਫਿਰ ਸੰਸਾਰ ਦੇ ਵਿੱਚ ਅਵਤਾਰ ਧਾਰਨ ਕੀਤਾ। ਭਾਈ ਗੁਰਦਾਸ ਸਾਹਿਬ ਜੀ ਵੀ ਇਸ ਗੱਲ ਦੀ ਸਾਖ ਭਰਦੇ ਆ, ਕਹਿੰਦੇ ਹਨ ਕਿ ਜਿਵੇਂ 14 ਇੰਦਰ ਦੇਵਤੇ ਸਾਧ ਸੰਗਤ ਜੀ ਜਨਮ ਲੈ ਕੇ ਫਿਰ ਉਹ ਪ੍ਰਾਣ ਤਿਆਗ ਕਰਕੇ ਚਲੇ ਜਾਂਦੇ ਆ ਤੇ ਬ੍ਰਹਮਾ ਜੀ ਦਾ ਇੱਕ ਦਿਨ ਬਤੀਤ ਹੁੰਦਾ। ਦੇਵੀ ਦੇਵਤਿਆਂ ਦੀਆਂ ਪ੍ਰਮਾਤਮਾ ਨੇ ਉਮਰਾਂ ਲਿਖੀਆਂ ਹੋਈਆਂ ਹਨ। 14 ਇੰਦਰ ਵਿਨਾਸ਼ ਕਾਲ, ਬ੍ਰਹਮੇ ਦਾ ਇੱਕ ਦਿਵਸ ਕਹਾਵੈ। ਭਾਈ ਗੁਰਦਾਸ ਸਾਹਿਬ ਜੀ ਔਰ ਸਤਿਗੁਰੂ ਜੀ ਦੇ ਅਸੀਂ ਬਚਨ ਪੜ੍ਹ ਰਹੇ ਸਾਂ, ਏਕ ਸੇਵ ਭਏ ਏਕ ਗਏ ਏਕ ਫੇਰ ਪਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਔਰ ਵਿਸ਼ਨ ਕੀਤੇ ਸੰਸਾਰ ਦੇ ਅੰਦਰ, ਕਹਿੰਦੇ ਕਿ ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ ਆਦਿਕ ਪਤਾ ਨਹੀਂ ਕਿੰਨੇ ਕੁ ਇਹਨਾਂ ਨੇ ਸੰਸਾਰ ਦੇ ਅੰਦਰ ਜਨਮ ਧਾਰਨ ਕੀਤੇ ਹਨ। ਫਿਰ ਜਿੰਨੇ ਵੀ ਸੰਸਾਰ ਦੇ ਅੰਦਰ ਭਾਵੇਂ ਕੋਈ ਵੱਡੇ ਵੱਡੇ ਮਹਾਬਲੀ ਸੂਰਬੀਰ ਯੋਧੇ ਹੋਏ ਹਨ, ਚੱਕਰਵਰਤੀ ਬਾਦਸ਼ਾਹ ਵੀ ਭਾਵੇਂ ਹੋਏ ਹੈ, ਪਰ ਮਹਾਰਾਜ ਕਹਿੰਦੇ ਸਾਰੇ ਭੂਮੀ ਤੇ ਵੀ ਜਨਮ ਲੈ ਕੇ ਧਰਤੀ ਤੇ ਜਨਮ ਲੈ ਕੇ ਫਿਰ ਧਰਤੀ ਉਹਨਾਂ ਭੂਮੀ ਦੇ ਵਿੱਚ ਹੀ ਮਿਲ ਜਾਣਾ ਕੀਤਾ। ਕਿੰਨੇ ਕਿੰਨੇ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਮੋਨ ਦੀ ਮਦਾਰ ਕੀਤੇ, ਅਸਨੀ ਕੁਮਾਰ ਕੀਤੇ, ਅੰਸਾ ਅਵਤਾਰ ਕੀਤੇ, ਕਾਲ ਬਸ ਪਏ ਹੈ, ਸਭ ਕਾਲ ਦੇ ਅਧੀਨ ਪੈ ਗਏ ਸਨ। ਫਿਰ ਮਹਾਰਾਜ ਕਹਿੰਦੇ ਹਨ, ਪੀਰ ਔ ਪੈਗੰਬਰ ਕੀਤੇ ਗਨੇ ਨਾ ਪਰਤ ਏਤੇ, ਭੂਮ ਹੀ ਤੇ ਹੋਏ ਕਾ ਫਿਰ ਭੂਮ ਹੀ ਮਿਲਾਏ ਹੈ। ਇਹ ਧਰਤੀ ਤੇ ਪੈਦਾ ਹੋਏ ਹੈ, ਫਿਰ ਧਰਤੀ ਵਿੱਚ ਹੀ ਮਿਲ ਗਏ ਹੈ। ਪਰ ਇੱਕ ਪਰਮੇਸ਼ਰ ਹੈ ਜੋ ਆਦਿ ਕਾਲ ਦੇ ਵਿੱਚ ਵੀ ਸੱਚਾ ਸੀ, ਹੁਣ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੀ ਉਸਤਤ ਕਰਦੇ ਹੋਏ ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਮੇਰਾ ਪ੍ਰਭ ਸਾਚਾ ਗਹਿਰ ਗੰਭੀਰ। ਕਹਿੰਦੇ ਜੋ ਸਾਡਾ ਮਾਲਕ ਪ੍ਰਮਾਤਮਾ ਹੈ ਸਦੀਵੀ ਕਾਲ ਦੇ ਸੱਚਾ ਹੈ, ਐਸਾ ਗਹਿਰ ਨਿਰਹਲ ਹੈ, ਗੰਭੀਰ, ਇੰਨਾ ਡੂੰਘਾਈ ਵਾਲਾ ਪ੍ਰਮਾਤਮਾ ਜੀ ਦਾ ਸਰੂਪ ਹੈ ਕਿ ਉਸ ਵਾਹਿਗੁਰੂ ਜੀ ਦੇ ਸਰੂਪ ਦਾ ਕੋਈ ਅੰਤ ਪਾਇਆ ਹੀ ਨਹੀਂ ਜਾ ਸਕਦਾ। ਸੇਵਤ ਹੀ ਸੁਖ ਸ਼ਾਂਤ ਸਰੀਰ, ਐਸਾ ਸੁਖਦਾਇਕ ਪ੍ਰਮਾਤਮਾ ਜੀ ਦਾ ਸਰੂਪ ਹੈ, ਆਤਮਿਕ ਸੁਖ ਦੇਣ ਵਾਲੀ ਪ੍ਰਮਾਤਮਾ ਜੀ ਦੀ ਸੇਵਾ ਹੈ। ਜੇ ਹਿਰਦੇ ਹੋ ਕੇ ਭਾਵਨਾ ਨਾਲ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰ ਲਵੇ ਕੋਈ ਵੀ ਪ੍ਰਾਣਾ ਧਾਰੀ ਜੀਵ, ਮਹਾਰਾਜ ਕਹਿੰਦੇ ਉਹਨੂੰ ਆਤਮਾ ਕਰਕੇ ਸੁਖ ਮਿਲ ਜਾਂਦਾ ਹੈ ਤੇ ਤਨ ਕਰਕੇ ਵੀ ਉਸ ਜੀਵ ਨੂੰ ਸਕੂਨ ਮਿਲ ਜਾਂਦਾ ਹੈ। ਤਨ ਵੀ ਜਿਹੜਾ ਵਿਸ਼ਿਆਂ ਵਿਕਾਰਾਂ ਵਿੱਚ ਸੰਸਾਰ ਦੀ ਭੱਜ ਦੌੜ ਦੇ ਵਿੱਚ ਬਾਰ-ਬਾਰ ਦੁਖੀ ਹੁੰਦਾ ਰਹਿੰਦਾ ਹੈ, ਤਨ ਦੀ ਭਟਕਣਾ ਵੀ ਮਿਟ ਜਾਂਦੀ ਹੈ। ਮਨ ਕਰਕੇ ਵੀ ਜੀਵ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਐਸੀ ਪ੍ਰਮਾਤਮਾ ਦੀ ਬੰਦਗੀ ਰੂਪ ਭਗਤੀ ਰੂਪ ਟਹਿਲ ਦੇ ਵਿੱਚ ਕਿੰਨਾ ਵੱਡਾ ਬਲ ਹੈ। ਤੇ ਹਜੂਰ ਦੇ ਬਚਨ ਹਨ, ਜਿਨ੍ਹਾਂ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਰੂਪ ਟਹਿਲ ਕਮਾਉਂਦੇ ਹੈ। ਉਹ ਤਨ ਕਰਕੇ ਮਨ ਕਰਕੇ ਸੁਖੀ ਹੋ ਕਰਕੇ ਜੀਵਨ ਨਿਰਵਾਹ ਕਰਦੇ ਨੇ, ਜਿਨ੍ਹਾਂ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਹੈ। ਸੇਵਤ ਹੀ ਸੁਖ ਸ਼ਾਂਤ ਸਰੀਰ, ਮਹਾਰਾਜ ਕਹਿੰਦੇ ਤਿੰਨਾਂ ਨੂੰ ਸੁਖ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੋਣੇ ਕਰਕੇ ਤਨ ਕਰਕੇ ਮਨ ਕਰਕੇ ਸ਼ਾਂਤੀ ਪ੍ਰਾਪਤ ਹੋ ਗਈ ਹੈ। ਸ਼ਬਦ ਤਰੇ ਜਨ ਸਹਿਜ ਸੁਭਾਏ, ਜਿਨ੍ਹਾਂ ਗੁਰਮੁਖ ਪਿਆਰਿਆਂ ਤੇ ਵਾਹਿਗੁਰੂ ਜੀ ਦੀ ਮਿਹਰ ਹੋ ਗਈ ਹੈ, ਉਹਨਾਂ ਨੇ ਸ਼ਬਦ ਦਾ ਆਸਰਾ ਲੈ ਕੇ ਭੈਦਾਇਕ ਸੰਸਾਰ ਸਾਗਰ ਤੋਂ ਤਰਨਾ ਕੀਤਾ। ਸਹਿਜ ਸੁਭਾਏ, ਪਤਾ ਹੀ ਨਹੀਂ ਲੱਗਾ ਕਿਵੇਂ ਭਵ ਸਾਗਰ ਤੋਂ ਤਰ ਗਏ ਆ, ਮੁਕਤੀ ਰੂਪ ਕਿਨਾਰੇ ਤੇ ਪਹੁੰਚ ਗਏ ਹਨ। ਨਹੀਂ ਤੇ ਕਿੰਨੇ ਕਿੰਨੇ ਸੰਸਾਰ ਭਰ ਦੇ ਜੀਵ ਹਨ ਸਾਧ ਸੰਗਤ ਜੀ, ਬਾਰ-ਬਾਰ ਜੰਮਣ ਮਰਨ ਰੂਪੀ ਗੋਤੇ ਖਾਣੇ ਪੈਂਦੇ ਆ, 84 ਦੇ ਗੇੜੇ ਵਿੱਚ ਪੈਣਾ ਪੈਂਦਾ ਹੈ। ਐਸਾ ਮਹਾਰਾਜ ਕਹਿੰਦੇ ਭੈਦਾਇਕ ਸੰਸਾਰ ਸਾਗਰ ਹੈ।
ਹਜੂਰ ਦੇ ਬਚਨ ਹਨ ਗੁਰਬਾਣੀ ਵਿੱਚ, ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਇਹ ਮੇਰੇ ਮਾਲਕ ਪਰਮਾਤਮਾ, ਭਗਤ ਨਾਮਦੇਵ ਜੀ ਕਹਿੰਦੇ ਪਰਮੇਸ਼ਰ ਆਪ ਕਿਰਪਾ ਕਰਕੇ ਤਾਰ ਲਓ, ਤਾਂ ਅਸੀਂ ਭੈਦਾਇਕ ਸੰਸਾਰ ਸਾਗਰ ਤੋਂ ਪਾਰ ਹੋ ਸਕਦੇ ਹਾਂ। ਨਹੀਂ ਤੇ ਮਹਾਰਾਜ ਲੋਭ ਰੂਪੀ ਲਹਿਰਾਂ, ਆਸਾ ਤ੍ਰਿਸ਼ਨਾ ਰੂਪੀ ਤਰੰਗਾ, ਕਾਮ ਕ੍ਰੋਧ ਆਦਿਕ ਵੱਡੇ ਵੱਡੇ ਮਗਰਮੱਛ ਜਿਉਂਦਿਆਂ ਹੀ ਨਿਕਲ ਲੈਂਦੇ ਆ। ਮਹਾਰਾਜ ਕਿਵੇਂ ਇਹਨਾਂ ਤੋਂ ਬਚ ਕੇ ਅਸੀਂ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਸਕਦੇ ਹਾਂ? ਸਾਡਾ ਕੋਈ ਬਲ ਨਹੀਂ ਹੈ। ਨਾਮਾ ਕਹੈ ਹਉ ਤਰ ਭੀ ਨਾ ਜਾਣੋ, ਮੋਕਉ ਬਾਹ ਦੇਹ ਬੀਠਲਾ। ਇਹ ਬੀਠਲਾ ਇੱਧਰ ਦੱਖਣ ਦਿਸ਼ਾ ਦੀ ਭਾਸ਼ਾ ਹੈ। ਇਹ ਸਾਧ ਸੰਗਤ ਜੀ ਮਾਲਕ ਨੂੰ ਕਿਹਾ ਜਾਂਦਾ, ਪਰਮੇਸ਼ਰ ਦਾ ਵਾਚਕ ਹੈ। ਭਗਤ ਨਾਮਦੇਵ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਕਹਿੰਦੇ, ਇਹ ਪ੍ਰਮਾਤਮਾ ਮੋਕਉ ਬਾਹ ਦੇਹ ਬੀਠਲਾ। ਕਿਰਪਾ ਰੂਪੀ ਬਾਹ ਫੜਾ, ਇਹ ਪ੍ਰਮਾਤਮਾ ਕਿਰਪਾ ਰੂਪੀ ਬਖਸ਼ਿਸ਼ ਰੂਪੀ ਬਾਹ ਫੜਾ ਕੇ ਸਾਨੂੰ ਭਵ ਸਾਗਰ ਤੋਂ ਪਾਰ ਕਰ ਦੇਣਾ ਕਰ। ਮਹਾਰਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੈ, ਸ਼ਬਦ ਤਰੇ ਜਨ ਸਹਿਜ ਸੁਭਾਏ, ਸ਼ਬਦ ਦੇ ਆਸਰੇ ਗੁਰਮੁਖ ਪਿਆਰੇ ਸਹਿਜ ਸੁਭਾਈ ਭਵ ਸਾਗਰ ਤੋਂ ਤਰ ਗਏ ਹਨ। ਤਿਨ ਕੈ ਹਮ ਸਦ ਲਾਗਹਿ ਪਾਏ। ਤੇ ਜੋ ਗੁਰਮੁਖ ਪਿਆਰੇ ਸ਼ਬਦ ਦੇ ਆਸਰੇ ਭਵ ਸਾਗਰ ਤੋਂ ਤਰੇ ਹਨ, ਮਹਾਰਾਜ ਕਹਿੰਦੇ ਉਹਨਾਂ ਦੇ ਅਸੀਂ ਚਰਨੀ ਲੱਗਦੇ ਹਾਂ। ਕਿੰਨਾ ਵੱਡਾ ਉੱਚਾ ਸੁੱਚਾ ਜੀਵਨ ਹੋਵੇਗਾ ਉਹਨਾਂ ਗੁਰਮੁਖਾਂ ਦਾ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਸ਼ਬਦ ਦਾ ਆਸਰਾ ਲਿਆ ਹੈ। ਜੀਵਨ ਭਰ ਮਹਾਰਾਜ ਸ਼ਿਵ ਜੀ ਦੀ ਸਨਮੁਖ ਹੋ ਕੇ ਰਹੇ ਹਨ। ਨਾ ਮਨ ਕਰਕੇ, ਨਾ ਬਾਣੀ ਕਰਕੇ, ਨਾ ਸਰੀਰ ਕਰਕੇ ਸਤਿਗੁਰੂ ਜੀ ਤੋਂ ਬੇਮੁਖ ਹੋਏ ਹੈ। ਐਸਾ ਗੁਰਮੁਖਾਂ ਦਾ ਸੁਚਿੱਤਰ ਤੇ ਪਵਿੱਤਰ ਜੀਵਨ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਚਰਨੀ ਲੱਗਣਾ ਚਾਹੀਦਾ, ਕਿਉਂਕਿ ਐਸੇ ਗੁਰਮੁਖਾਂ ਦੀ ਸੰਗਤ ਮਿਲ ਜਾਵੇ ਜਿਨ੍ਹਾਂ ਬਾਬਤ ਭਾਈ ਗੁਰਦਾਸ ਸ਼ਿਵ ਜੀ ਨੇ ਬਚਨ ਕਹੇ ਹਨ, ਆਪ ਤਰੇ ਤਾਰੇਨ ਸ੍ਰਿਠਾ। ਉਹ ਆਪ ਤਾਂ ਤਰ ਜਾਂਦੇ ਹੈ, ਸ੍ਰਿਸ਼ਟੀ ਨੂੰ ਵੀ ਤਾਰਨ ਦੀ ਸਮਰੱਥਾ ਉਹਨਾਂ ਕੋਲ ਆ ਜਾਂਦੀ ਹੈ। ਜੋ ਵੀ ਪਿਆਰ ਭਾਵਨਾ ਸਹਿਤ ਹੋ ਕੇ ਉਹਨਾਂ ਬੰਦਗੀ ਕਰਨ ਵਾਲੀ ਬ੍ਰਹਮ ਬੇਤੇ ਗੁਰਮੁਖਾਂ ਦੀ ਸੰਗਤ ਕਰਦਾ ਹੈ, ਮਹਾਰਾਜ ਕਹਿੰਦੇ ਉਹਨਾਂ ਦਾ ਵੀ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਇਸ ਲਈ ਐਸੇ ਨਾਮ ਜਪਣ ਵਾਲੇ ਗੁਰਮੁਖਾਂ ਬ੍ਰਹਮ ਬੇਤਿਆਂ ਦੇ ਚਰਨੀ ਲੱਗਣਾ ਚਾਹੀਦਾ, ਪਿਆਰ ਭਾਵਨਾ ਸਹਿਤ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਜੋ ਮਨ ਰਾਤੇ ਹਰ ਰੰਗ ਲਾਏ। ਜੋ ਮਨ ਕਰਕੇ ਪ੍ਰਮਾਤਮਾ ਵਿੱਚ ਰਤੇ ਮਸਤ ਹੋ ਗਏ ਹੈ, ਚਿਤ ਬਿਰਤੀ ਪ੍ਰਮਾਤਮਾ ਦੇ ਨਾਲ ਜੁੜ ਗਈ ਹੈ। ਕਿਵੇਂ ਜੁੜੀ ਹੈ? ਰੰਗ ਲਾਏ। ਮਹਾਰਾਜ ਕਹਿੰਦੇ ਪ੍ਰੇਮ ਲਾ ਕੇ, ਪਰਮੇਸ਼ਰ ਦੇ ਨਾਮ ਦਾ ਰੰਗ ਲੱਗਣੇ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਹਰ ਸਮੇਂ ਮਸਤ ਰਹਿੰਦੇ ਹੈ। ਹਰ ਸਮੇਂ ਹਿਰਦੇ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਤਿਨ ਕਾ ਜਨਮ ਮਰਨ ਦੁਖ ਲਾਥਾ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਉਹਨਾਂ ਦਾ ਜੰਮਣ ਮਰਨ ਦਾ ਜੋ ਭਿਆਨਕ ਬੜਾ ਭਾਰੀ ਦੁੱਖ ਸੀ ਉਹ ਲਾਹ ਦਿੱਤਾ। ਕਿਹਨਾਂ ਦਾ? ਜੋ ਮਨ ਰਾਤੇ ਹਰ ਰੰਗ ਲਾਏ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਪ੍ਰੇਮ ਰੰਗ ਦੇ ਵਿੱਚ ਆਪਣੇ ਮਨ ਨੂੰ ਰੰਗ ਲਿਆ ਹੈ। ਸਾਧ ਸੰਗਤ ਜੀ, ਸੰਸਾਰ ਦੇ ਅੰਦਰ ਕੋਈ ਨਸ਼ਿਆਂ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗੀ ਰੱਖਦਾ ਹੈ, ਕੋਈ ਵਿਸ਼ਿਆਂ ਦੇ ਰਸਾਂ ਵਿੱਚ, ਕੋਈ ਜ਼ੁਬਾਨ ਦੇ ਰਸਾਂ ਵਿੱਚ ਆਪਣੇ ਮਨ ਨੂੰ ਰੰਗੀ ਰੱਖਦਾ ਹੈ, ਕੋਈ ਰੰਗਾਂ ਦੀ ਦੁਨੀਆ ਨੂੰ ਦੇਖਣ ਦੇ ਵਿੱਚ ਆਪਣੇ ਮਨ ਨੂੰ ਰੰਗੀ ਰੱਖਦਾ ਹੈ। ਪਰ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਆਪਣੇ ਮਨ ਨੂੰ ਹਰ ਸਮੇਂ ਰੰਗੀ ਰੱਖਦੇ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਪ੍ਰੇਮ ਦਾ ਰੰਗ ਹੈ, ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਹਰ ਸਮੇਂ ਚੜ੍ਹਿਆ ਰਹਿੰਦਾ। ਮਹਾਰਾਜ ਕਹਿੰਦੇ ਇਸ ਲਈ ਪ੍ਰਮਾਤਮਾ ਉਹਨਾਂ ਦਾ ਜੰਮਣ ਮਰਨਾ ਹੀ ਮਿਟਾ ਦਿੰਦਾ। ਜੋ ਭਾਰੀ ਦੁੱਖ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਭਾਵ ਕਰ ਦਿੱਤਾ ਹੈ। ਤੇ ਹਰ ਦਰਗਹ ਮਿਲੇ ਸੁਭਾਏ। ਸੋ ਭਾਏ ਸ੍ਰੇਸ਼ਟ ਪ੍ਰੇਮ ਕਰਕੇ ਉਹ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਪਰਮੇਸ਼ਰ ਦੇ ਨਾਲ ਮਿਲੇ ਹਨ। ਸੁਭਾਏ ਸੁਭਾਵਕ ਹੀ ਪਰਮਾਤਮਾ ਦੇ ਨਾਲ ਉਹਨਾਂ ਦਾ ਮਿਲਾਪ ਹੋ ਗਿਆ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਪ੍ਰੇਮ ਦਾ ਰੰਗ ਲਾਇਆ। ਸਾਧ ਸੰਗਤ ਜੀ, ਬੜਾ ਔਖਾ ਹੈ। ਦੁਨੀਆ ਦੇ ਰੰਗ ਮਨ ਤੇ ਲਾ ਲੈਣੇ, ਮਨ ਰੂਪ ਕੱਪੜੇ ਤੇ ਚਾੜਨੇ ਬੜੇ ਸੌਖੇ ਹੈ। ਜਿਵੇਂ ਗੁਰਬਾਣੀ ਵਿੱਚ ਕਸੁੰਬੇ ਦਾ ਤੇ ਮਨਜੀਠ ਦਾ ਰੰਗ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ। ਕਹਿੰਦੇ ਹਨ ਕਿ ਜਿਹੜਾ ਕਸੁੰਬੇ ਦਾ ਰੰਗ ਹੈ ਨਾ,
ਉਹ ਕੱਪੜੇ ਨੂੰ ਚੜ੍ਹਦਾ ਵੀ ਛੇਤੀ ਹੈ, ਬਹੁਤੀ ਨਹੀਂ ਮਿਹਨਤ ਕਰਨੀ ਪੈਂਦੀ, ਛੇਤੀ ਚੜ੍ਹ ਜਾਂਦਾ ਹੈ। ਪਰ ਲੱਥਣ ਲੱਗਿਆ ਵੀ ਉਹਨੂੰ ਬਹੁਤਾ ਸਮਾਂ ਨਹੀਂ ਲੱਗਦਾ। ਉਹ ਧੁੱਪ ਦੇ ਨਾਲ ਵੀ ਫਿੱਕਾ ਪੈ ਜਾਂਦਾ, ਡੱਬ ਪੈ ਜਾਂਦੇ ਆ, ਬਹੁਤਾ ਬਾਰ-ਬਾਰ ਧੋਵਾਂਗੇ ਤਾਂ ਵੀ ਉਹ ਰੰਗ ਲੱਥਣਾ ਸ਼ੁਰੂ ਹੋ ਜਾਂਦਾ ਹੈ। ਪਰ ਇੱਕ ਮਨਜੀਠ ਦਾ ਰੰਗ ਹੈ, ਕੋਈ ਸਮਾਂ ਤੇ ਉਹਨੂੰ ਲੱਗਦਾ ਕੱਪੜੇ ਨੂੰ ਚਾੜਨ ਲੱਗਿਆ, ਮਿਹਨਤ ਤਾਂ ਕਰਨੀ ਪੈਂਦੀ ਹੈ। ਪਰ ਸਾਧ ਸੰਗਤ ਜੀ, ਕੱਪੜਾ ਭਾਵੇਂ ਲੀਰੋ ਲੀਰ ਹੋ ਜਾਵੇ ਪਰ ਉਹ ਮਨਜੀਠ ਦਾ ਰੰਗ ਨਹੀਂ ਕਦੇ ਵੀ ਲੈਂਦਾ। ਨਾ ਉਹਦੇ ਵਿੱਚ ਡੱਬ ਪੈਂਦੇ ਨੇ, ਨਾ ਕਦੇ ਫਿੱਕਾ ਪੈਂਦਾ। ਇੱਦਾਂ ਦਾ ਉਹ ਸਾਧ ਸੰਗਤ ਜੀ ਪੱਕਾ ਮਨਜੀਠ ਦਾ ਰੰਗ ਹੁੰਦਾ। ਤੇ ਹਜੂਰ ਨੇ ਫਰਮਾਨ ਕੀਤਾ ਨਾ, ਤੇਰਾ ਏਕੋ ਨਾਮ ਮਨਜੀਠੜਾ, ਰਤਾ ਮੇਰਾ ਚੋਲਾ, ਸਦ ਰੰਗ ਢੋਲਾ। ਹੇ ਮਹਾਰਾਜ, ਆਪ ਜੀ ਦਾ ਨਾਮ ਦਾ ਮਨਜੀਠ ਦਾ ਰੰਗ ਜੇ ਕਿਤੇ ਜੀਵ ਦੇ ਹਿਰਦੇ ਰੂਪ ਕੱਪੜੇ ਨੂੰ ਇੱਕ ਵਾਰ ਚੜ੍ਹ ਜਾਵੇ, ਭਾਵੇਂ ਤਨ ਨੂੰ ਲੀਰੋ ਲੀਰ ਕਰ ਦਿੱਤਾ ਜਾਵੇ, ਆਰੇ ਦੇ ਨਾਲ ਭਾਵੇਂ ਚੀਰ ਦਿੱਤਾ ਜਾਵੇ, ਬੰਦ ਕੱਟ ਦਿੱਤੇ ਜਾਣ, ਭਾਵੇਂ ਖੋਪਰ ਲਾ ਦਿੱਤਾ ਜਾਵੇ, ਪਰ ਇਹ ਮਨਜੀਠ ਦਾ ਰੰਗ ਨਹੀਂ ਕਦਾਚਿਤ ਵੀ ਲੈਂਦਾ। ਐਸਾ ਮਹਾਰਾਜ ਕਹਿੰਦੇ ਪਕਿਆਈ ਵਾਲਾ ਰੰਗ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਆਖ ਰਹੇ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਪ੍ਰੇਮ ਦਾ ਰੰਗ ਲਾ ਦਿੱਤਾ, ਉਹਨਾਂ ਗੁਰਮੁਖਾਂ ਦਾ ਸੁਭਾਵਕ ਹੀ ਪ੍ਰਮਾਤਮਾ ਦੇ ਨਾਲ ਮੇਲ ਹੋ ਗਿਆ ਹੈ। ਉਹ ਦੁਨੀਆ ਦੇ ਰੰਗਾਂ ਤੋਂ ਉਪਰਾਮ ਹੋ ਕੇ ਹਰ ਸਮੇਂ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਆਪਣੇ ਮਨ ਨੂੰ ਰੰਗੀ ਰੱਖਦੇ ਹਨ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਨ ਕਰਦੇ ਹਨ, ਸ਼ਬਦ ਚਾਖੈ ਸਾਚਾ ਸਾਧ ਆਏ ਪਾਏ। ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਸ਼ਬਦ ਨੂੰ ਚੱਖਿਆ, ਭਾਵ ਜੀਵਨ ਦੇ ਵਿੱਚ ਕਮਾਇਆ ਹੈ। ਚੱਖਣ ਤੋਂ ਭਾਵ ਪਿਆਰ ਵਿੱਚ ਭਿੱਜ ਕੇ ਪ੍ਰੀਤ ਰੂਪ ਰਸਨਾ ਦੇ ਨਾਲ ਸ਼ਬਦ ਨੂੰ ਗਾਉਣਾ। ਜਿਵੇਂ ਪ੍ਰਤੱਖ ਜ਼ੁਬਾਨ ਦੇ ਨਾਲ, ਇਹ ਜ਼ੇਬਾ ਦੇ ਨਾਲ ਅਸੀਂ ਪਦਾਰਥ ਛਕਦੇ ਤੇ ਉਹਦਾ ਰਸ ਪਤਾ ਲੱਗਦਾ। ਤੇ ਮਹਾਰਾਜ ਕਹਿੰਦੇ ਪ੍ਰੀਤ ਰੂਪ ਰਸਨਾ ਦੇ ਨਾਲ ਜੋ ਗੁਰੂ ਸ਼ਬਦ ਦਾ ਅਭਿਆਸ ਕਰਨਾ ਹੈ, ਇਹ ਜਾਣੋ ਕਿ ਸ਼ਬਦ ਦਾ ਚਖਣਾ ਹੈ, ਸ਼ਬਦ ਦਾ ਸਵਾਦ ਆਉਂਦਾ, ਸ਼ਬਦ ਦਾ ਰਸ ਪ੍ਰਾਪਤ ਹੁੰਦਾ ਜੇ ਪ੍ਰੀਤ ਰੂਪ ਰਸਨਾ, ਪ੍ਰੀਤ ਨੂੰ ਰਸਨਾ ਬਣਾ ਕੇ ਸ਼ਬਦ ਦਾ ਅਭਿਆਸ ਕਰੇ, ਇੱਕ ਚਿੱਤ ਹੋ ਕੇ ਪਰਮਾਤਮਾ ਦਾ ਚਿੰਤਨ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸ਼ਬਦ ਚਾਖੈ ਸਾਚਾ ਸਾਧ ਪਾਏ। ਤਾਂ ਫਿਰ ਸੱਚਾ ਸਵਾਦ ਮਿਲਦਾ ਹੈ, ਤਾਂ ਫਿਰ ਸੱਚਾ ਪਰਮੇਸ਼ਰ ਦਾ ਨਾਮ ਦਾ ਸਵਾਦ ਪ੍ਰਾਪਤ ਹੁੰਦਾ ਹੈ। ਨਹੀਂ ਤੇ ਇਹ ਜ਼ੁਬਾਨ ਦੁਨੀਆ ਦੇ ਝੂਠੇ ਪਦਾਰਥਾਂ ਦੇ ਹਰ ਸਮੇਂ ਸਵਾਦ ਮਾਣਦੀ ਰਹਿੰਦੀ ਹੈ, ਜੋ ਸਦਾ ਰਹਿਣ ਵਾਲੇ ਨਹੀਂ ਹੈ। ਕੇਵਲ ਤੁਸ਼ ਮਾਤਰ ਥੋੜਾ ਕੁ ਸਮਾਂ ਰਸ ਮਿਲਦਾ ਹੈ, ਫਿਰ ਉਹ ਫਿੱਕਾ ਪੈ ਜਾਂਦਾ ਹੈ। ਮਹਾਰਾਜ ਸਾਹਿਬ ਜੀ ਦੇ ਬਚਨ ਹਨ ਕਿ ਜੇਕਰ ਕੋਈ ਮਨੁੱਖ ਸਾਰਾ ਦਿਨ ਮਿੱਠੇ ਪਦਾਰਥ ਛਕਦਾ ਰਹੇ, ਬੜੇ ਬੜੇ ਮਿਸ਼ਟਾਨ ਭਰੇ ਪਦਾਰਥ ਖਾਈ ਜਾਵੇ ਤੇ ਸ਼ਾਮ ਦੇ ਸਮੇਂ ਥੋੜਾ ਜਿਹਾ ਕੜਤਣ ਵਾਲਾ ਕੌੜਾ ਪਦਾਰਥ ਛਕ ਲਵੇ ਤੇ ਸਾਰੀ ਮਿਠਾਸ ਵਿਸਰ ਜਾਂਦੀ ਹੈ, ਮਿਠਾਸ ਪਤਾ ਹੀ ਨਹੀਂ ਲੱਗਦਾ ਕਿੱਧਰ ਚਲੀ ਜਾਂਦੀ। ਪਰ ਮਹਾਰਾਜ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਦਾ ਰਸ ਹੈ, ਐਸਾ ਵਾਹਿਗੁਰੂ ਦਾ ਨਾਮ ਰੂਪ ਪਦਾਰਥ ਦੀ ਮਿਠਾਸ ਹੈ, ਇੱਕ ਵਾਰ ਜੀਵ ਚੱਖ ਲਵੇ ਤੇ ਦੁਬਾਰਾ ਉਹ ਕਦੇ ਫਿੱਕੀ ਨਹੀਂ ਪੈਂਦੀ, ਨਾ ਕਦੇ ਘਟਦਾ ਹੀ ਹੈ। ਫਿਰ ਦੁਨੀਆ ਦੇ ਪਦਾਰਥ ਕੋਈ ਵੀ ਮਨ ਨੂੰ ਚੰਗੇ ਨਹੀਂ ਲੱਗਦੇ, ਸਭ ਫਿੱਕੇ ਲੱਗਦੇ ਹੈ। ਪਰ ਹਜੂਰ ਨੇ ਬਚਨ ਕੀਤਾ, ਇਹ ਰਸ ਸਤਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਕਦੇ ਜੀਵ ਨੂੰ ਪ੍ਰਾਪਤ ਹੋ ਹੀ ਨਹੀਂ ਸਕਦਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹੈ, ਸ਼ਬਦ ਚਾਖੈ ਸਾਚਾ ਸਾਧ ਪਾਏ। ਇਹ ਪ੍ਰਾਣਾ ਧਾਰੀ ਜੀਵ ਜੇ ਪ੍ਰੀਤ ਰੂਪ ਰਸਨਾ ਦੇ ਨਾਲ ਪਿਆਰ ਦੇ ਵਿੱਚ ਭਿੱਜ ਕਰਕੇ ਵਾਹਿਗੁਰੂ 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 ਸਤਨਾਮ ਵਾਹਿਗੁਰੂ ਪਿਆਰ ਨਾਲ ਮਹਾਰਾਜ ਸਾਹਿਬ ਜੀ ਦੇ ਸ਼ਬਦ ਨੂੰ ਚੱਖੇ, ਪਿਆਰ ਵਿੱਚ ਭਿੱਜ ਕੇ ਜਪਣਾ ਕਰੇ, ਤਾਂ ਫਿਰ ਪਰਮੇਸ਼ਰ ਦਾ ਸੱਚਾ ਨਾਮ ਦਾ ਰਸ ਪ੍ਰਾਪਤ ਹੋਵੇਗਾ। ਹਰਿ ਕਾ ਨਾਮ ਮਨ ਵਸਾਏ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚਾ ਨਾਮ ਉਹਨੂੰ ਮਨ ਵਿੱਚ ਵਸਾਵਣਾ ਕਰੇ, ਤਾਂ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਦਾ ਹੈ। ਜੇ ਦੁਨੀਆ ਦੇ ਰਸਾਂ ਕਸਾਂ ਨੂੰ ਛੱਡ ਕੇ ਪਰਮੇਸ਼ਰ ਦੇ ਨਾਮ ਰਸ ਨੂੰ ਚੱਖਦਾ ਹੈ। ਹਰਿ ਪ੍ਰਭ ਸਦਾ ਰਹਿਆ ਭਰਪੂਰ। ਉਹਨਾਂ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਪਰਮਾਤਮਾ ਪਰਿਪੂਰਵਕ ਸਰਵ ਵਿਆਪਕ ਦਿਸਦਾ ਹੈ ਕਿ ਪਰਮੇਸ਼ਰ ਸਭ ਥਾਵਾਂ ਤੇ ਪਰਿਪੂਰਵਕ ਹੋ ਰਿਹਾ ਹੈ। ਲੱਭਾ ਲੱਭ ਸਭ ਜੀਵਾਂ ਵਿੱਚ ਭਰਿਆ ਹੋਇਆ ਪਰਮਾਤਮਾ ਹੀ ਹੈ।
ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਕੋਈ ਦੂਜੀ ਸ਼ਕਤੀ ਨਹੀਂ ਹੈ। ਆਪੇ ਨੇੜਾ ਆਪੇ ਦੂਰ। ਐਸੇ ਗੁਰਮੁਖ ਪਿਆਰੇ ਨਿਸ਼ਚੈ ਕਰਕੇ ਜਾਣ ਲੈਂਦੇ ਹਨ ਕਿ ਪ੍ਰਮਾਤਮਾ ਆਪ ਹੀ ਨਿਰਗੁਣ ਸਰੂਪ ਕਰਕੇ ਦੂਰ ਹੈ, ਸਰਗੁਣ ਸਰੂਪ ਕਰਕੇ ਆਪ ਹੀ ਪ੍ਰਮਾਤਮਾ ਨੇੜੇ ਹੈ। ਔਰ ਇਸੇ ਪ੍ਰਕਾਰ ਆਪ ਹੀ ਪ੍ਰਮਾਤਮਾ ਮਨਮੁਖਾਂ ਤੋਂ ਦੂਰ ਹੈ। ਉਹਨਾਂ ਦੀ ਮਨ ਤੇ ਭਰਮ ਰੂਪੀ ਪੜਦਾ ਪਾਇਆ ਹੋਇਆ ਹੈ, ਹਉਮੈ ਦਾ ਪੜਦਾ ਪਾਇਆ ਹੋਇਆ ਹੈ, ਹੰਕਾਰ ਦਾ ਗੁਮਾਨ ਦਾ ਪੜਦਾ ਪਾਇਆ। ਇਸ ਕਰਕੇ ਪ੍ਰਮਾਤਮਾ ਉਹਨਾਂ ਉੱਤੇ ਹਿਰਦੇ ਵਿੱਚ ਹੁੰਦਾ ਹੋਇਆ ਵੀ ਦੂਰ ਹੈ। ਤੇ ਜੋ ਗੁਰਮੁਖ ਪਿਆਰੇ ਜਿਨ੍ਹਾਂ ਨੇ ਭਰਮ ਰੂਪੀ ਪੜਦੇ ਨੂੰ ਹਟਾ ਦਿੱਤਾ ਹੈ, ਪ੍ਰਮਾਤਮਾ ਉਹਨਾਂ ਦੇ ਸਦਾ ਹੀ ਨੇੜੇ ਵੱਸਦਾ ਹੈ। ਉਹ ਨਿਸ਼ਚੈ ਕਰਕੇ ਜਾਣ ਲੈਂਦੇ ਆ, ਕਹਿ ਰਵਿਦਾਸ ਹਾਥ ਪੈ ਨੇਰਾ ਸਹਿਜੇ ਹੋਏ ਸੋ ਹੋਈ, ਕਿ ਪ੍ਰਮਾਤਮਾ ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਸਾਡੇ ਹੱਥਾਂ ਪੈਰਾਂ ਇਹਨਾਂ ਇੰਦਰੀਆਂ ਤੋਂ ਵੀ ਨੇੜੇ ਵੱਸਦੇ ਹੋ। ਆਖਣ ਆਖੈ ਬਕੈ ਸਭ ਕੋਈ। ਸੰਸਾਰ ਦੇ ਅੰਦਰ ਜਿਵੇਂ ਪੁਰਾਤਨ ਜਿਹੜੇ ਸਾਧ ਸੰਗਤ ਜੀ, ਕੋਈ ਰਿਸ਼ੀ ਮੁਨੀ ਸਨ, ਤਪ ਕਰਨ ਵਾਲੇ ਤਪਸਵੀ ਸਨ, ਵੱਡੇ ਵੱਡੇ ਪੰਡਿਤ ਵਿਦਵਾਨ ਪਾਂਡੇ ਲੋਕ ਸਨ। ਜਿਵੇਂ ਉਹਨਾਂ ਨੇ ਸੰਸਾਰ ਦੇ ਅੰਦਰ ਕਥਨ ਕੀਤਾ, ਉਹਨਾਂ ਦਾ ਕਹਿਆ ਹੋਇਆ ਕਈ ਵਾਰ ਸੰਸਾਰ ਦੇ ਅੰਦਰ ਆਉਣ ਵਾਲੇ ਸਮੇਂ ਵਿੱਚ ਕਥਨ ਕਰੀ ਜਾਂਦੇ ਆ। ਮਹਾਰਾਜ ਕਹਿੰਦੇ ਆਖਣ ਆਖੈ ਬਕੈ ਸਭ ਕੋਈ। ਬਕੈ ਕਹਿੰਦੇ ਨੇ ਕਥਨ ਕਰਨ ਨੂੰ, ਬੋਲਣ ਨੂੰ। ਹਰ ਕੋਈ ਬੋਲੀ ਜਾਂਦਾ, ਹਰ ਕੋਈ ਸੰਸਾਰ ਦੇ ਅੰਦਰ ਕਹਿਆ ਹੋਇਆ ਕਿਸੇ ਦਾ ਸੁਣ ਕਰਕੇ ਬੋਲ ਰਿਹਾ ਹੈ। ਆਪੇ ਬਖਸ਼ ਮਿਲਾਏ ਸੋਏ। ਪਰ ਇਕੱਲਾ ਕਥਨ ਕਰਨ ਦੇ ਨਾਲ ਥੋੜਾ ਪਰਮੇਸ਼ਰ ਮਿਲ ਜਾਂਦਾ ਹੈ। ਉਹ ਤਾਂ ਕਿੰਨੇ ਸੰਸਾਰ ਦੇ ਅੰਦਰ ਕਥਨ ਕਰ ਕਰਕੇ ਸੰਸਾਰ ਤੋਂ ਕੂਚ ਕਰ ਗਏ ਨੇ। ਸਤਿਗੁਰੂ ਜੀ ਦਾ ਅਸੀਂ ਫਰਮਾਨ ਪੜ੍ਹਦੇ ਹਾਂ, ਕਥ ਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਪਤਾ ਨਹੀਂ ਕਿੰਨੇ ਕੁ ਕਰੋੜ ਸੰਸਾਰ ਦੇ ਕਥਨ ਕਰ ਕਰਕੇ ਥੱਕ ਹਾਰ ਕੇ ਚਲੇ ਗਏ ਨੇ, ਪਰ ਪ੍ਰਮਾਤਮਾ ਦਾ ਅੰਤ ਪੈਂਦਾ ਹੀ ਨਹੀਂ ਹੈ। ਐਸੇ ਮਹਾਰਾਜ ਕਹਿੰਦੇ ਕਿ ਜਿਹੜੇ ਸੰਸਾਰ ਦੇ ਅੰਦਰ ਕਿੰਨੇ ਕਿੰਨੇ ਕਥਨ ਕਰਨ ਵਾਲੇ ਸੰਸਾਰ ਭਰ ਦੇ ਜੀਵ ਹਨ, ਪਰ ਜਿਨ੍ਹਾਂ ਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਬਖਸ਼ ਲੈਂਦਾ ਹੈ, ਜਿਨ੍ਹਾਂ ਦੇ ਕੀਤੇ ਹੋਏ ਔਗਣ, ਜਿਨ੍ਹਾਂ ਦੇ ਗੁਨਾਹ ਪ੍ਰਮਾਤਮਾ ਨੇ ਬਖਸ਼ ਲਏ ਹਨ, ਉਹਨਾਂ ਨੂੰ ਆਪਣੇ ਸਰੂਪ ਦੇ ਵਿੱਚ ਪ੍ਰਮਾਤਮਾ ਜੀ ਨੇ ਮਿਲਾ ਲਿਆ ਹੈ। ਪ੍ਰਮਾਤਮਾ ਨੇ ਆਪ ਕਿਰਪਾ ਕਰਕੇ ਅਭੇਰਤਾ ਬਖਸ਼ੀ ਹੈ। ਜਿਨ੍ਹਾਂ ਦੇ ਔਗਣ ਵਾਹਿਗੁਰੂ ਨੇ ਕਿਰਪਾ ਕਰਕੇ ਬਖਸ਼ ਲਏ ਹਨ। ਕਹਿਣਾ ਕਥਨ ਨਾ ਪਾਇਆ ਜਾਏ। ਕੱਲਾ ਕਹਿਣੇ ਕਰਕੇ ਜਾਂ ਕਥਾਵਾਂ ਕਥਨ ਕਰ ਕਰਕੇ ਪਰਮੇਸ਼ਰ ਨੂੰ ਪਾਇਆ ਨਹੀਂ ਜਾ ਸਕਦਾ। ਗੁਰ ਪ੍ਰਸਾਦ ਵਸੈ ਮਨ ਆਏ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਪ੍ਰਮਾਤਮਾ ਮਨ ਵਿੱਚ ਆ ਕੇ ਵਸਦਾ ਹੈ। ਪ੍ਰਮਾਤਮਾ ਸਾਖਸ਼ਾਤ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਦੀਦਾਰ ਤਾਂ ਹੋ ਸਕਦੇ ਨੇ ਜੇ ਗੁਰੂ ਕਿਰਪਾ ਹੋਵੇ। ਸਤਿਗੁਰੂ ਜੀ ਸੀਸ ਤੇ ਮਿਹਰ ਭਰਿਆ ਹੱਥ ਰੱਖ ਦੇਣ, ਜੀਵ ਤੇ ਬਖਸ਼ਿਸ਼ ਕਰ ਦੇਣ, ਤਾਂ ਮਹਾਰਾਜ ਕਹਿੰਦੇ ਪ੍ਰਮਾਤਮਾ ਹਿਰਦੇ ਵਿੱਚ ਵਸਦਾ ਹੈ। ਨਹੀਂ ਤਾਂ ਸੰਸਾਰ ਦੇ ਅੰਦਰ ਕੋਈ ਅੰਤ ਹੀ ਨਹੀਂ। ਸਾਧ ਸੰਗਤ ਜੀ, ਕਿੰਨੇ ਢੰਗਾਂ ਦੇ ਨਾਲ ਕਿੰਨੇ ਸਾਧਨ ਹਨ ਸੰਸਾਰ ਦੇ ਅੰਦਰ ਪ੍ਰਮਾਤਮਾ ਦੀਆਂ ਸਿਫਤਾਂ ਕਰਨ ਦੇ, ਅਕਾਲ ਪੁਰਖ ਵਾਹਿਗੁਰੂ ਦੀ ਕਥਾ ਨੂੰ ਕਥਨ ਕਰਨ ਦੇ। ਪਰ ਮਹਾਰਾਜ ਕਹਿੰਦੇ ਇਕੱਲਾ ਕਥਨ ਕਰਨ ਦੇ ਨਾਲ ਨਹੀਂ ਪ੍ਰਮਾਤਮਾ ਮਿਲ ਜਾਂਦਾ। ਗੁਰੂ ਕਿਰਪਾ ਹੋਣੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ। ਸਤਿਗੁਰੂ ਜੀ ਦੀ ਕਿਰਪਾ ਤੋਂ ਵਾਂਝਾ ਹੋਣੇ ਕਰਕੇ ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਸਖਣਾ ਰਹਿ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਹਨ, ਗੁਰ ਪ੍ਰਸਾਦ ਵਸੈ ਮਨ ਆਏ। हे ਮਹਾਰਾਜ, ਫਿਰ ਕਿਵੇਂ ਪ੍ਰਮਾਤਮਾ ਵਸਦਾ? ਸਤਿਗੁਰੂ ਜੀ ਕਹਿੰਦੇ ਗੁਰੂ ਕਿਰਪਾ ਦੁਆਰਾ। ਮਹਾਰਾਜ ਬਖਸ਼ਿਸ਼ ਕਰ ਦੇਣ ਤਾਂ ਹਿਰਦੇ ਵਿੱਚ ਨਿਵਾਸ ਹੁੰਦਾ ਹੈ। ਗੁਰਮੁਖ ਵਿੱਚ ਆਪ ਗਵਾਏ। ਗੁਰਮੁਖਾਂ ਨੇ ਅੰਤਸ਼ਕਰਨ ਦੇ ਵਿੱਚੋਂ ਆਪਾ ਭਾਵ ਗਵਾ ਲਿਆ। ਉਹ ਕਦਾ ਚਿੱਤ ਵੀ ਹੰਕਾਰ ਨਹੀਂ ਜੀਵਨ ਦੇ ਵਿੱਚ ਧਾਰਨ ਕਰਦੇ। ਐਸਾ ਗੁਰਮੁਖਾਂ ਦਾ ਜੀਵਨ ਬਣ ਜਾਂਦਾ ਹੈ ਜਿਨ੍ਹਾਂ ਤੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ। ਕਿਰਪਾ ਕਿਵੇਂ ਕਰਦੇ ਆ? ਮਹਾਰਾਜ ਆਪਣਾ ਉਪਦੇਸ਼ ਉਹਨਾਂ ਦੇ ਹਿਰਦੇ ਵਿੱਚ ਵਸਾ ਦਿੰਦੇ ਹੈ। ਉਹ ਗੁਰਮੁਖ ਸਤਿਗੁਰਾਂ ਦਾ ਉਪਦੇਸ਼ ਸਦਾ ਯਾਦ ਰੱਖਦੇ ਨੇ ਕਿ ਮੇਰੇ ਸਤਿਗੁਰੂ ਜੀ ਦਾ ਹੁਕਮ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਉਪਦੇਸ਼ ਦਿੱਤਾ ਹੈ,
ਕਿ ਕੋਈ ਵੀ ਕਰਮ ਕਰਨਾ ਉਹਦੇ ਵਿੱਚ ਹੰਕਾਰ ਨਹੀਂ ਕਦੇ ਵੀ ਕਰਨਾ। ਕਰਮ ਕਰਤ ਹੋਵੇ ਨਿਹਕਰਮ, ਕਰਮ ਕਰਦਾ ਹੋਇਆ ਵੀ ਨਿਹਕਰਮੀ ਬਣਨਾ। ਇਹ ਮੇਰੇ ਸਤਿਗੁਰਾਂ ਦਾ ਉਪਦੇਸ਼ ਹੈ। ਗਰੀਬ ਨਵਾਜ ਸਤਿਗੁਰਾਂ ਦਾ ਇਹ ਉਪਦੇਸ਼ ਹੈ, ਮੈਨੂੰ ਸਿੱਖਿਆ ਦ੍ਰਿੜ ਕਰਵਾਈ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਤੱਕ ਹੰਕਾਰ ਕਰੇਗਾ ਉਦੋਂ ਤੱਕ ਪ੍ਰਮਾਤਮਾ ਨਹੀਂ ਤੇਰੇ ਅੰਦਰ ਵਸੇਗਾ। ਹਉ ਮੈਂ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇਕ ਠਾਏ। ਕਿ ਹਉ ਮੈਂ ਤੇ ਪਰਮੇਸ਼ਰ ਨਾਮ ਦੇ ਨਾਲ ਬੜਾ ਵੱਡਾ ਝਗੜਾ ਹੈ। ਹੇ ਜੀਵ, ਜਦੋਂ ਤੱਕ ਹਉ ਮੈਂ ਰਹੇਗੀ ਪਰਮੇਸ਼ਰ ਦਾ ਨਾਮ ਨਹੀਂ ਤੇਰੇ ਅੰਦਰ ਵਸੇਗਾ। ਜੇ ਨਾਮ ਵਸ ਜਾਵੇ ਫਿਰ ਹਉ ਮੈਂ ਨਹੀਂ ਆਵੇਗੀ। ਇਹ ਮਹਾਰਾਜ ਸੱਚੇ ਪਾਤਸ਼ਾਹੀ ਦਾ ਬਖਸ਼ਿਆ ਹੋਇਆ ਉਪਦੇਸ਼ ਹੈ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਾ ਸੌਪਤੇ ਕਿਆ ਲਾਗੈ ਮੇਰਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦ੍ਰਿੜ ਕਰਵਾਇਆ ਹੈ। ਐਸੇ ਗੁਰਮੁਖ ਪਿਆਰੇ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਂਦੀ, ਮਹਾਰਾਜ ਉਹਨਾਂ ਦੇ ਹਿਰਦੇ ਅੰਦਰ ਉਪਦੇਸ਼ ਦ੍ਰਿੜ ਕਰ ਦਿੰਦੇ ਹਨ। ਕਦੇ ਵੀ ਉਹਨਾਂ ਨੂੰ ਸਤਿਗੁਰਾਂ ਦੀ ਸਿੱਖਿਆ ਵਿਸਰਦੀ ਨਹੀਂ ਹੈ। ਇਸ ਕਰਕੇ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਹਨ, ਗੁਰਮੁਖ ਵਿੱਚੋਂ ਆਪ ਗਵਾਏ। ਉਹ ਆਪਾ ਭਾਵ ਗਵਾ ਕੇ ਰਹਿੰਦੇ ਹੈ। ਨਿਮਰਤਾਵਾਨ ਹੋ ਕੇ ਗੁਰਮੁਖ ਪਿਆਰੇ ਜੀਵਨ ਨਿਰਵਾਹ ਕਰਦੇ ਹਨ। ਹਰ ਰੰਗ ਰਾਤੇ ਮੋਹ ਚੁਕਾਏ। ਜਿਨ੍ਹਾਂ ਤੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਰੀਰਾਂ ਦਾ ਮੋਹ, ਪਦਾਰਥਾਂ ਦੀ ਮਮਤਾ, ਸਰੀਰ ਦੀ ਹੰਗਤਾ ਚੁੱਕ ਦਿੱਤੀ, ਭਾਵ ਅਭਾਵ ਕਰ ਦਿੱਤੀ ਹੈ। ਉਹ ਗੁਰਮੁਖ ਜਨ ਹਰ ਰੰਗ ਰਾਤੇ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਰਤੇ ਰਹਿੰਦੇ ਹੈ। ਉਹ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਹਰ ਸਮੇਂ ਮਸਤ ਰਹਿੰਦੇ ਹੈ। ਜਿਨ੍ਹਾਂ ਦੀ ਸੰਸਾਰ ਦੀਆਂ ਮੋਹ ਦੀਆਂ ਤਣਾਵਾਂ ਪ੍ਰਮਾਤਮਾ ਨੇ ਕੱਟ ਦਿੱਤੀਆਂ ਹਨ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਵਿਵੇਕ ਰੂਪੀ ਸੁਦਰਸ਼ਨ ਚੱਕਰ ਜਿਨ੍ਹਾਂ ਨੂੰ ਬਖਸ਼ਿਸ਼ ਕੀਤਾ, ਉਹਨਾਂ ਦੇ ਮੋਹ ਦੀਆਂ ਪੱਕੀਆਂ ਤਣਾਵਾਂ ਨੂੰ ਕੱਟ ਦਿੱਤਾ ਹੈ। ਨਹੀਂ ਤੇ ਐਸੀਆਂ ਮੋਹ ਦੀਆਂ ਪੱਕੀਆਂ ਤਣਾਵਾਂ ਹਨ, ਮਨੁੱਖ ਜ਼ਿੰਦਗੀ ਭਰ ਭਾਵੇਂ ਜ਼ੋਰ ਲਾਉਂਦਾ ਰਹੇ, ਯਤਨ ਕਰਦਾ ਰਹੇ, ਇਹ ਕਦੇ ਕੱਟੀਆਂ ਹੀ ਨਹੀਂ ਜਾਂਦੀਆਂ। ਕਦੇ ਇਹਨਾਂ ਤੋਂ ਰਹਿਤ ਹੋ ਹੀ ਨਹੀਂ ਸਕਦਾ, ਜਿੰਨੀ ਮਰਜ਼ੀ ਯਤਨ ਕਰ ਕਰਕੇ ਦੇਖ ਲਵੇ। ਇੱਕ ਸੁਦਰਸ਼ਨ ਚੱਕਰ ਹੈ। ਜਿਵੇਂ ਸਾਧ ਸੰਗਤ ਜੀ ਹਾਥੀ ਦੀ ਪੁਕਾਰ ਸੁਣ ਕੇ ਤੰਦੂਏ ਤੋਂ ਪ੍ਰਮਾਤਮਾ ਨੇ ਕਿਰਪਾ ਕਰਕੇ ਬਚਾਇਆ ਸੀ। ਡੂੰਘੇ ਪਾਣੀ ਦੇ ਵਿੱਚ ਆਪ ਹੱਥ ਦੇਖ ਕਰਕੇ ਸੁਦਰਸ਼ਨ ਚੱਕਰ ਨਾਲ ਤਣਾਵਾਂ ਕੱਟੀਆਂ ਸੀ ਤੰਦੂਏ ਦੀਆਂ, ਤਾਂ ਹਾਥੀ ਦਾ ਬਚਾਅ ਹੋਇਆ ਸੀ। ਇਹ ਜੀਵ ਰੂਪੀ ਹਾਥੀ ਹੈ। ਸਾਧ ਸੰਗਤ ਜੀ ਮੋਹ ਰੂਪੀ ਤੰਦੂਆ ਹੈ। ਆਸਾ ਤ੍ਰਿਸ਼ਨਾ ਰੂਪੀ ਇਹਦੇ ਤਣਾਵਾਂ ਦੇ ਨਾਲ ਇਸ ਨੇ ਬੱਧਾ ਹੋਇਆ, ਜਕੜਿਆ ਹੋਇਆ, ਆਪਣੇ ਵਸ ਵਿੱਚ ਕੀਤਾ ਹੈ। ਭਾਵੇਂ ਜਿੰਨਾ ਮਰਜ਼ੀ ਯਤਨ ਕਰੀ ਜਾਵੇ, ਪਰ ਨਹੀਂ ਇਹਦੇ ਤੋਂ ਖਹਿੜਾ ਛੁੱਟਦਾ। ਸਤਿਗੁਰੂ ਜੀ ਵਿਵੇਕ ਰੂਪੀ ਸੁਦਰਸ਼ਨ ਚੱਕਰ ਬਖਸ਼ਿਸ਼ ਕਰ ਦੇਣ ਤਾਂ ਇਹਦੇ ਨਾਲ ਆਸਾ ਤ੍ਰਿਸ਼ਨਾਵਾਂ, ਮੋਹ ਆਦਿਕ ਦੀਆਂ ਤਣਾਵਾਂ ਕੱਟੀਆਂ ਜਾ ਸਕਦੀਆਂ ਨੇ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਦੀਆਂ ਐਸੀਆਂ ਮੋਹ ਦੀਆਂ ਆਸਾਂ ਤ੍ਰਿਸ਼ਨਾਵਾਂ ਦੀਆਂ ਤਣਾਵਾਂ ਕੱਟ ਦਿੱਤੀਆਂ, ਉਹ ਗੁਰਮੁਖ ਪਿਆਰੇ ਫਿਰ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਮਸਤ ਰਹਿੰਦੇ ਹਨ। ਆਤ ਨਿਰਮਲ ਗੁਰ ਸ਼ਬਦ ਵਿਚਾਰ। ਉਹ ਗੁਰਮੁਖ ਪਿਆਰੇ ਆਤ ਬਹੁਤੇ ਉਜਲ ਜੀਵਨ ਵਾਲੇ ਹੋ ਗਏ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰੂ ਸ਼ਬਦ ਦੀ ਵਿਚਾਰ ਧਾਰਨ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਮੱਤ ਹੈ, ਜਿਨ੍ਹਾਂ ਨੇ ਗੁਰਮਤਿ ਦੀ ਵਿਚਾਰ ਧਾਰਾ ਨੂੰ ਹਿਰਦੇ ਵਿੱਚ ਗ੍ਰਹਿਣ ਕਰ ਲਿਆ, ਉਹ ਉਜਲ ਜੀਵਨ ਵਾਲੇ ਹੋ ਗਏ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹੀ ਦਾ ਸ਼ਬਦ ਵੀ ਨਿਰਮਲ ਹੈ, ਗੁਰੂ ਸ਼ਬਦ ਦੀ ਵਿਚਾਰ ਵੀ ਉਜਲ ਹੈ। ਤੇ ਐਸੇ ਵਿਚਾਰ ਨੂੰ ਸੁਣ ਕਰਕੇ ਹਿਰਦੇ ਵਿੱਚ ਧਾਰਨ ਕਰਨ ਵਾਲਾ ਗੁਰਮੁਖ ਵੀ ਉਜਲ ਜੀਵਨ ਵਾਲਾ ਬਣ ਜਾਂਦਾ ਹੈ। ਜੀਵ ਦੇ ਪਾਪ ਕਰਮਾਂ ਦੀ ਮਲ ਲਹ ਜਾਂਦੀ ਹੈ। ਨਾਨਕ ਨਾਮ ਸਵਾਰਣ ਹਾਰ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ, ਜੀਵ ਦੇ ਜੀਵਨ ਨੂੰ ਸਵਾਰਨ ਵਾਲਾ ਹੈ। ਕਿਉਂਕਿ ਹੋਰ ਜਿੰਨੇ ਵੀ ਸੰਸਾਰ ਦੇ ਸਾਧਨ ਹਨ, ਉਹਨਾਂ ਦੇ ਵਿੱਚ ਮਸ਼ੱਕਤ ਬਹੁਤੀ ਘਾਲਣੀ ਪੈਂਦੀ ਤੇ ਫਲ ਥੋੜ੍ਹਾ ਜਿਹਾ ਮਿਲਦਾ। ਪਰ ਪਰਮੇਸ਼ਰ ਦੇ ਨਾਮ ਥੋੜ੍ਹਾ ਸਮਾਂ ਜਪੀਏ ਤੇ ਫਲ ਬਹੁਤਾ ਮਿਲ ਜਾਂਦਾ ਹੈ। ਕਿਉਂਕਿ ਇੱਕ ਤਿਲ ਨਹੀਂ ਭੰਨੈ ਘਾਲੇ ਮਹਾਰਾਜ, ਇੱਕ ਤਿਲ ਮਾਤਰ ਵੀ ਜੀਵ ਦੀ ਘਾਲੀ ਹੋ ਘਾਲਣਾ ਬਿਅਰਥ ਨਹੀਂ ਜਾਣ ਦਿੰਦੇ। ਇੱਕ ਵਾਰ ਵੀ ਮੁਖ ਤੋਂ ਵਾਹਿਗੁਰੂ ਸ਼ਬਦ ਉਚਾਰਨ ਕਰ ਦੇਵੇ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ, ਕਹਿੰਦੇ ਕਿੰਨੇ ਕਿੰਨੇ 88 ਤੀਰਥਾਂ ਦਾ
ਇਸ਼ਨਾਨ ਕਰਨੇ ਦਾ ਫਲ ਸੁਭਾਵਿਕ ਹੀ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਇੱਕ ਵਾਰ ਵੀ ਮੁਖ ਤੋਂ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਸ਼ਬਦ ਉਚਾਰਨ ਕਰ ਦੇਵੇ ਤਾਂ ਐਸਾ ਮਹਾਨ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਹੈ। ਮਹਾਰਾਜ ਕਹਿੰਦੇ ਜੀਵ ਦਾ ਲੋਕ ਪਰਲੋਕ ਸਵਾਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਆਸਾ ਮਹੱਲਾ ਤੀਜਾ। ਦੂਜੈ ਭਾਏ ਲੱਗੇ ਦੁਖ ਪਾਇਆ। ਦੂਜੇ ਭਾਏ ਲੱਗੇ ਦੁਖ ਪਾਇਆ। ਲੱਗੇ ਤੇ ਵਿਸਰਾਮ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਜਿਹੜੇ ਦਵੈਸ਼ ਭਾਵਨਾ ਵਿੱਚ ਲੱਗ ਗਏ ਉਹਨਾਂ ਨੇ ਵਾਰ-ਵਾਰ ਜਨਮ ਮਰਨ ਦਾ ਦੁੱਖ ਪਾਇਆ ਹੈ। ਦੂਜੇ ਭਾਏ ਲੱਗੇ, ਭਾਏ ਨਾਮ ਪਿਆਰ ਦਾ ਹੈ। ਇੱਕ ਪਰਮੇਸ਼ਰ ਦਾ ਪਿਆਰ ਛੱਡ ਕੇ ਹੋਰ ਮੜੀਆਂ ਮੱਟਾਂ ਦੇ ਪਿਆਰ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲੱਗੇ ਹਨ। ਉਹਨਾਂ ਨੇ ਜੰਮਣ ਮਰਨ ਦਾ, ਅਗਿਆਨ ਦਾ, ਬਾਰ-ਬਾਰ ਗਰਭ ਦੇ ਜੂਨਾਂ ਵਿੱਚ ਪੁੱਠੇ ਲਟਕਣ ਦਾ ਦੁੱਖ ਪਾਇਆ ਹੈ। ਬਿਨ ਸ਼ਬਦੈ ਬਿਰਥਾ ਜਨਮ ਗਵਾਇਆ। ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਸ਼ਬਦ ਨਹੀਂ ਧਾਰਨ ਕੀਤਾ, ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸੁਣਿਆ ਹੀ ਨਹੀਂ, ਜੇ ਸੁਣਿਆ ਤੇ ਮੰਨਿਆ ਨਹੀਂ, ਮੰਨ ਕੇ ਮਹਾਰਾਜ ਸਾਹਿਬ ਜੀ ਦੇ ਸ਼ਬਦ ਨੂੰ ਜੀਵਨ ਦੇ ਵਿੱਚ ਕਮਾਇਆ ਨਹੀਂ, ਜਾਣੋ ਉਹਨਾਂ ਨੇ ਆਪਣਾ ਜੀਵਨ ਅਮੋਲਕ ਜਨਮ ਵਿਅਰਥ ਗਵਾ ਲਿਆ ਹੈ। ਕਿਉਂਕਿ ਬੜੀ ਵੱਡੀ ਦਾਤ ਹੈ ਸਾਧ ਸੰਗਤ ਜੀ ਮਨੁੱਖਾ ਸਰੀਰ ਦੀ। ਇਹ ਐਵੇਂ ਨਹੀਂ ਪ੍ਰਾਪਤ ਹੋਇਆ, ਪਤਾ ਨਹੀਂ ਕਿੰਨੇ ਕੋਈ ਜਨਮ ਤਪੱਸਿਆ ਕਰਨੀ ਪਈ ਹੈ। ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਬਚਨ ਕੀਤੇ ਹੈ, ਇਸ ਮਾਨਸ ਜੀਵਨ ਨੂੰ ਦੇਵੀ ਦੇਵਤੇ ਵੀ ਲੋਚਦੇ ਫਿਰਦੇ ਹੈ ਕਿ ਸਾਨੂੰ ਮਨੁੱਖਾ ਜਾਮਾ ਪ੍ਰਾਪਤ ਹੋ ਜਾਵੇ, ਅਸੀਂ ਪ੍ਰਮਾਤਮਾ ਦੀ ਬੰਦਗੀ ਕਰਕੇ ਪ੍ਰੇਮਾ ਭਗਤੀ ਕਰਕੇ ਮੁਕਤ ਹੋ ਜਾਈਏ। ਕਿਉਂਕਿ ਦੇਵੀ ਦੇਵਤੇ ਵੀ ਸਾਧ ਸੰਗਤ ਜੀ ਮੁਕਤ ਨਹੀਂ ਹੋ ਸਕਦੇ, ਫਿਰ ਉਹਨਾਂ ਨੂੰ ਜਨਮ ਧਾਰਨ ਕਰਨਾ ਪੈਂਦਾ ਹੈ। ਕੇਵਲ ਤਾਂ ਕੇਵਲ ਮਾਨਸ ਜੀਵਨ ਨੂੰ ਹੀ ਪ੍ਰਮਾਤਮਾ ਨੇ ਇਹ ਵਡਿਆਈ, ਇਹ ਮਾਣ ਬਖਸ਼ਿਸ਼ ਕੀਤਾ ਹੈ। ਪ੍ਰਮਾਤਮਾ ਦੀ ਭਜਨ ਬੰਦਗੀ ਕਰਕੇ ਜੀਵਨ ਨੂੰ ਸਫਲਾ ਬਣਾਇਆ ਜਾ ਸਕਦਾ ਹੈ। ਹੋਰ ਕੋਈ ਵੀ ਦੂਜਾ ਸੰਸਾਰ ਦਾ ਸਾਧਨ ਨਹੀਂ, ਹੋਰ ਕੋਈ ਐਸੀ ਜੂਨ ਨਹੀਂ ਹੈ। ਤਾਂ ਹੀ ਤਾਂ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾ ਕੇ ਭੋਏ ਗਿਰਹੇ, ਬਹੁਰ ਨਾ ਲੱਗਹਿ ਡਾਰ। ਟਾਹਣੀ ਦੇ ਨਾਲ ਟੁੱਟਾ ਹੋਇਆ ਫਲ ਦੁਬਾਰਾ ਜੁੜ ਨਹੀਂ ਸਕਦਾ। ਇਵੇਂ ਮਨੁੱਖਾ ਸਰੀਰ ਇੱਕ ਵਾਰ ਚਲਾ ਗਿਆ, ਜੀਵ ਤੇਰੀ ਮੌਤ ਹੋ ਗਈ, ਦੁਬਾਰਾ ਫਿਰ ਜੁੜਨਾ ਨਹੀਂ, ਫਿਰ ਨਹੀਂ ਪ੍ਰਾਪਤ ਹੋਣਾ। ਜਿਵੇਂ ਨਦੀ ਦਾ ਪਾਣੀ ਇੱਕ ਵਾਰ ਬੇੜੀ ਨੂੰ ਸਪਰਸ਼ ਕਰਕੇ ਚਲਾ ਜਾਂਦਾ, ਦੁਬਾਰਾ ਮੁੜ ਕੇ ਨਹੀਂ ਵਾਪਸ ਆਉਂਦਾ। ਇੱਦਾਂ ਮਹਾਰਾਜ ਕਹਿੰਦੇ ਮਨੁੱਖਾ ਜਾਮਾ ਮਿਲਣਾ ਬਹੁਤ ਔਖਾ ਹੈ। ਇਸ ਕਰਕੇ ਹਜ਼ੂਰ ਨੇ ਸਾਧ ਸੰਗਤ ਜੀ ਮਾਨਸ ਜੀਵਨ ਦੇ ਵਿੱਚ ਵਡਿਆਈ ਬਖਸ਼ਿਸ਼ ਕੀਤੀ ਹੈ। ਔਰ ਹਜ਼ੂਰ ਦੇ ਇਉਂ ਵੀ ਬਚਨ ਆਉਂਦੇ ਹਨ, ਇਹ ਤੋਂ ਛੁੜਕਿਆ ਠੌਰ ਨਾ ਪਾਏ। ਕਹਿੰਦੇ ਕਿ 84 ਜਿਵੇਂ ਪੌੜੀ ਦੀਆਂ ਡੰਡੇ ਹੋਣ, ਇੱਕ ਡੰਡਾ ਕਰਕੇ ਮਨੁੱਖ ਅਖੀਰਲੇ ਉੱਪਰਲੇ ਸਿਰੇ ਤੇ ਚੜ੍ਹ ਜਾਵੇ ਤੇ ਸਾਧ ਸੰਗਤ ਜੀ ਉਹ ਤੋਂ ਹੱਥ ਛੁੱਟ ਜਾਵੇ ਤੇ ਉਹਦਾ ਬਚਾਅ ਨਹੀਂ ਹੋ ਸਕਦਾ। ਇਵੇਂ ਮਹਾਰਾਜ ਕਹਿੰਦੇ ਸਾਰੇ 84 ਲੱਖ ਜੂਨਾਂ ਨੂੰ ਭੋਗ ਕੇ ਉੱਪਰਲੇ ਸਿਰੇ ਹੁਣ ਮਨੁੱਖਾ, ਇਹ ਜਿਹੜਾ ਸਭ ਤੋਂ ਉੱਪਰਲਾ ਡੰਡਾ ਹੈ, ਇਹ ਮਨੁੱਖਾ ਜੀਵਨ ਐ ਜੀਵ ਤੈਨੂੰ ਮਿਲਿਆ ਹੈ। ਇੱਥੋਂ ਛੁੜਕਿਆ ਠੌਰ ਨਾ ਪਾਏ। ਹੁਣ ਹੱਥ ਛੁਟਕ ਗਿਆ ਨਾ, ਪਰਮਾਤਮਾ ਦੀ ਭਜਨ ਬੰਦਗੀ ਤੋਂ ਬਿਨਾਂ ਹੀ ਸੰਸਾਰ ਤੋਂ ਚਲਾ ਗਿਆ। ਗੁਰੂ ਵਾਲਾ ਬਣੇ ਤੋਂ ਬਿਨਾਂ ਬੇਮੁਖ ਹੋ ਕੇ ਮਨਮੁਖਤਾ ਕਰਕੇ ਹੀ ਸੰਸਾਰ ਤੋਂ ਚਲਾ ਗਿਆ ਤੇ ਦੁਬਾਰਾ ਫਿਰ ਤੇਰਾ ਕਿਤੇ ਹੱਥ ਨਹੀਂ ਪੈਣਾ, ਫਿਰ ਦੁਬਾਰਾ ਤੈਨੂੰ ਇਹ ਵਾਰੀ ਮਿਲਣ ਵਾਲੀ ਨਹੀਂ ਹੈ। ਇਸ ਕਰਕੇ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਦੂਜਾ ਭਾਏ ਲੱਗੇ ਦੁੱਖ ਪਾਇਆ, ਬਿਨ ਸ਼ਬਦੈ ਬਿਰਥਾ ਜਨਮ ਗਵਾਇਆ। ਮਹਾਰਾਜ ਸਾਹਿਬ ਜੀ ਦੇ ਸ਼ਬਦ ਤੋਂ ਬਿਨਾਂ, ਗਰੀਬ ਨਵਾਜ ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਸਾਖਤ ਪੁਰਸ਼ਾਂ ਨੇ ਆਪਣਾ ਅਮੋਲਕ ਜੀਵਨ ਵਿਅਰਥ ਗਵਾ ਲਿਆ ਹੈ। ਜਿਵੇਂ ਹਜ਼ੂਰ ਦੇ ਬਚਨ ਆਉਂਦੇ ਨਾ ਗੁਰਬਾਣੀ ਵਿੱਚ, ਗੁਰ ਮੰਤਰ ਹੀਣਾਸਿਆ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨ ਹੈ, ਕੂਕਰ ਹੈ ਸੂਕਰ ਹੈ, ਗਰਦ ਬਹਿ ਕਾਕ ਹੈ, ਸਰਪ ਨਹਿ ਤੁਲ ਖਲ ਹੈ। ਮਹਾਰਾਜ ਕਹਿੰਦੇ ਕਿ ਜਿਹੜਾ ਗੁਰੂ ਮੰਤਰ ਤੋਂ ਹੀਣਾ ਜੀਵ ਹੈ ਨਾ, ਉਹਦਾ ਜਿਹੜਾ ਜੀਵਨ ਹੈ, ਪਹਿਲਾਂ ਤਾਂ ਮਹਾਰਾਜ ਨੇ ਕਿੰਨੀਆਂ ਨੂੰ ਲਾਹਣਤਾਂ ਪਾਈਆਂ, ਫਿਟਕਾਰਾਂ ਪਾਈਆਂ ਨੇ। 100 ਵਾਰ ਕਿਸੇ ਦਾ ਮੂੰਹ ਫਿਟਕਾਰੇ ਜਾਵੇ ਤੇ ਇੱਕ ਲਾਹਣਤ ਬਣਦੀ ਹੈ, 100 ਲਾਹਣਤਾਂ ਪਾਈਆਂ ਜਾਣ ਤਾਂ ਇੱਕ ਧ੍ਰਿਗ ਬਣਦਾ ਹੈ। ਕਿੰਨੀਆਂ ਉਹਨੂੰ ਜੀਵ ਨੂੰ ਫਿਟਕਾਰਾਂ ਪਾਈਆਂ ਨੇ, ਜਿਹੜਾ ਮਹਾਰਾਜ ਸਾਹਿਬ ਜੀ ਦਾ ਮੰਤਰ ਗੁਰੂ ਸ਼ਬਦ ਨੇ ਜੀਵਨ ਵਿੱਚ ਧਾਰਨ ਕਰਦਾ। ਫਿਰ ਕਹਿੰਦੇ ਉਹ ਕੁੱਕਰਾਂ ਕੁੱਤਿਆਂ ਦੇ ਨਾਲੋਂ ਵੀ ਜੀਵਨ ਉਹਦਾ ਮਾੜਾ ਹੈ।
ਫਿਰ ਗਧਿਆਂ ਦੇ ਨਾਲੋਂ, ਕਾਵਾਂ ਦੇ ਨਾਲੋਂ, ਸੱਪਾਂ ਦੇ ਨਾਲ ਵੀ ਉਹਦਾ ਜੀਵਨ ਮਾੜਾ ਹੈ। ਇੱਦਾਂ ਦਾ ਉਸ ਜੀਵਨ ਦਾ ਗਿਰਿਆ ਹੋਇਆ ਜੀਵਨ ਹੈ ਜੋ ਸਤਿਗੁਰੂ ਜੀ ਦਾ ਸ਼ਬਦ ਨੇ ਜੀਵਨ ਦੇ ਵਿੱਚ ਧਾਰਨ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਮਨਮੁਖਾਂ ਸਾਖਤ ਪੁਰਸ਼ਾਂ ਨੇ ਅਮੋਲਕ ਮਿਲੇ ਹੋਏ ਜੀਵਨ ਦੀ ਕਦਰ ਨਹੀਂ ਜਾਣਨਾ ਕੀਤੀ। ਬੇਸਮਝਤਾ ਕਰਕੇ, ਅਗਿਆਨਤਾ ਕਰਕੇ ਅਜਾਈਂ ਗਵਾ ਲਿਆ ਹੈ। ਸਤਿਗੁਰ ਸੇਵੈ ਸੋਝੀ ਹੋਏ। ਤੇ ਮਹਾਰਾਜ ਮਨਮੁਖਾਂ ਨੂੰ ਸੋਝੀ ਪ੍ਰਾਪਤ ਹੋ ਸਕਦੀ ਹੈ ਕਿ ਜਿਹੜੇ ਮਨਮੁਖ ਰਹਿੰਦੇ ਉਹਨਾਂ ਨੂੰ ਸੋਝੀ ਹੋ ਹੀ ਨਹੀਂ ਸਕਦੀ? ਸਤਿਗੁਰੂ ਜੀ ਕਹਿੰਦੇ ਹੋ ਸਕਦੀ ਹੈ। ਮਹਾਰਾਜ ਕਿਵੇਂ? ਹਜੂਰ ਕਹਿੰਦੇ ਸਤਿਗੁਰ ਸੇਵੈ ਸੋਝੀ ਹੋਏ। ਜੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਨ ਫਿਰ ਉਹਨਾਂ ਮਨਮੁਖਾਂ ਨੂੰ ਵੀ ਸੋਝੀ ਮਿਲ ਜਾਂਦੀ ਹੈ, ਉਹਨਾਂ ਨੂੰ ਸਮਝ ਪੈ ਜਾਂਦੀ ਹੈ। ਉਹ ਮਿਲੇ ਹੋਏ ਮਨੁੱਖਾ ਜੀਵਨ ਦੀ ਕਦਰ ਕਰਦੇ ਹੈ, ਇੱਕ ਇੱਕ ਸਵਾਸ ਦੀ ਕਦਰ ਕਰਨ ਲੱਗ ਪਏ।